ਕਿਸਾਨੀ ਅੰਦੋਲਨ ਨੇ ਪੰਜਾਬ ਦੇ ਇਤਿਹਾਸ ਦੇ ਵਰਕਿਆਂ ਉੱਤੇ ਨਵੀਂ ਸਵੇਰ ਲਿਖੀ ਹੈ। ਕਈ ਤਰ੍ਹਾਂ ਦੇ ਮਿਹਣੇ ਵੱਜਦੇ ਰਹੇ ਆ ਪੰਜਾਬ ਨੂੰ ਕਿ ਪੰਜਾਬ ਉੜਤਾ ਪੰਜਾਬ ਹੋ ਗਿਆ, ਪਰ ਇਸ ਕਿਸਾਨੀ ਅੰਦੋਲਨ ਨੇ ਉੜਤੇ ਪੰਜਾਬ ਦਾ ਮਿਹਣਾ ਆਪਣੇ ਗਲੋਂ ਲਾ ਦਿੱਤਾ ਹੈ। ਇਸ ਅੰਦੋਲਨ ਦੇ ਖੂਬਸੂਰਤੀ ਇਹ ਹੈ ਕਿ ਇਸ ਅੰਦੋਲਨ ਦੇ ਵਿੱਚ ਹਰ ਪੱਖ ਅਤੇ ਹਰ ਧਿਰ ਜਿਹੜੀ ਹੈ ਇੱਥੇ ਨਤਮਸਤਕ ਹੋ ਰਹੀ ਹੈ, ਇੱਥੇ ਆਪਣਾ ਸਹਿਯੋਗ ਪਾ ਰਹੀ ਹੈ। ਨੌਜਵਾਨ ਹੋਣ, ਬੱਚੇ ਹੋਣ, ਬਜ਼ੁਰਗ ਹੋਣ, ਇਸ ਅੰਦੋਲਨ ਦੇ ਵਿੱਚ ਆ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੇ ਆ। ਚਾਹੇ ਕਿਸਾਨੀ ਦੇ ਨਾਲ ਕਿਸੇ ਦਾ ਵਾਹ ਵਾਸਤਾ ਹੈ ਜਾਂ ਨਹੀਂ, ਪਰ ਇਸ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਜ਼ਰੂਰ ਪਾ ਰਹੇ ਨੇ। ਦੋ ਧੀਆਂ ਆਈਆਂ ਨੇ ਪੰਜਾਬ ਤੋਂ, ਇਹ PhD ਸਕਾਲਰ ਨੇ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ PhD ਕਰ ਰਹੇ ਨੇ। ਤਾਂ ਇਹਨਾਂ ਨੂੰ ਲੱਗਿਆ ਕਿ ਸਾਨੂੰ ਵੀ ਇਸ ਅੰਦੋਲਨ ਦੇ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈ, ਭਾਵੇਂ ਕਿ ਇਹਨਾਂ ਦੀ ਬੈਕਗ੍ਰਾਉਂਡ ਕਿਸਾਨੀ ਦੇ ਨਾਲ ਹੀ ਹੈ। ਚਾਹੇ ਇਹ ਕਿਸਾਨੀ ਹੀ ਕਰਦੀਆਂ ਨੇ, ਇਹ ਧੀਆਂ ਪੰਜਾਬ ਦੇ ਵਿੱਚ ਕਿਸਾਨੀ ਕਰਦੀਆਂ ਨੇ, ਪਰ ਅੱਜ ਦੇਖੋ, ਕਿਉਂਕਿ ਬਹੁਤੀ ਗੱਲ ਹੁੰਦੀ ਹੈ ਕਿ ਕਈ ਵਾਰੀ ਪੜ੍ਹੇ ਲਿਖੇ ਜ਼ਿਆਦਾ ਸਿਆਣੇ ਹੋ ਜਾਂਦੇ ਆ ਤਾਂ ਇਹਨਾਂ ਚੀਜ਼ਾਂ ਤੋਂ ਦੂਰ ਭੱਜਦੇ ਨੇ। ਤਾਂ ਦੂਜੇ ਪਾਸੇ ਕੇਂਦਰ ਵੀ ਇਹ ਗੱਲ ਕਹਿੰਦੀ ਹੈ ਕਿ ਕਿਸਾਨ ਪੜ੍ਹੇ ਲਿਖੇ ਨਹੀਂ ਹੋ ਸਕਦੇ, ਅੰਗਰੇਜ਼ੀ ਬੋਲਣ ਵਾਲੇ ਕਿਸਾਨ ਨਹੀਂ ਆ, ਤਾਂ ਸਾਨੂੰ ਵੱਖਵਾਦੀ ਅੱਤਵਾਦੀ ਵੀ ਕਿਹਾ ਗਿਆ। ਤਾਂ ਇਹ ਧੀਆਂ ਮੇਰੇ ਨਾਲ ਹੈਗੀਆਂ ਨੇ, ਗੱਲਬਾਤ ਕਰਦੇ ਆ। ਦੋਵਾਂ ਦਾ ਨਾਮ ਹਰਪ੍ਰੀਤ ਕੌਰ ਹੈ। ਤਾਂ ਗੱਲਬਾਤ ਕਰਦੇ ਆ ਕਿ ਕਿਉਂ ਲੱਗਿਆ ਕਿ ਇਸ ਅੰਦੋਲਨ ਦੇ ਵਿੱਚ ਆਉਣਾ ਚਾਹੀਦਾ, ਬਹਿਣਾ ਚਾਹੀਦਾ, ਕੀ ਲੋੜ ਪੈ ਗਈ ਇਹਨਾਂ ਨੂੰ ਟੈਂਟਾਂ ਦੇ ਵਿੱਚ ਰਹਿਣ ਦੀ। ਰਾਤਾਂ ਠੰਡੀਆਂ ਚੱਲ ਰਹੀਆਂ ਨੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਸਵਾਗਤ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹਰਪ੍ਰੀਤ ਜੀ, ਮੇਰਾ ਪਹਿਲਾ ਸਵਾਲ ਇਹੀ ਹੈ ਕਿ ਕੀ ਲੋੜ ਪੈ ਗਈ ਇੱਥੇ ਆਉਣ ਦੀ? ਠੰਡ ਇੰਨੀ ਹੈ, ਘਰੇ ਬਹਿੰਦੇ ਰਮਾਨ ਨਾਲ। पहली गल तो मैं ये कहूँगी, माना कि मेरी आवाज़ को माना कि मेरी आवाज़ को खामोश कर दिया जाए, मगर मेरा लहजा कभी फरियादी नहीं होगा। ये लाइनां अज पंजाब ते ढुकदियां ने, समुचे पंजाब ते, है ना। पंजाब कदे भी मतलब जुल्म नूं नहीं बर्दाश्त करदा, ना कदे पहलां कीता ना हुण कीता। ਇਹ ਸਭ ਨੂੰ ਕਲੀਅਰ ਹੋ ਗਿਆ, ਵਰਲਡ ਲੈਵਲ ਤੇ ਕਲੀਅਰ ਹੋ ਗਿਆ ਵੀ ਸਰਾਸਰ ਜ਼ਿਆਦਤੀ ਹੋ ਰਹੀ ਹੈ ਕਿਸਾਨਾਂ ਨਾਲ। ਸਰਾਸਰ ਸਿਰਫ ਪੰਜਾਬ ਦੇ ਕਿਸਾਨਾਂ ਨਾਲ ਨਹੀਂ, ਸਾਰੀ ਇੰਡੀਆ ਦੇ ਕਿਸਾਨਾਂ ਨਾਲ, ਹੈ ਨਾ। ਸਾਡੇ ਖੂਨ 'ਚ ਬਗਾਵਤਾਂ ਨੇ, ਪਰ ਬਗਾਵਤਾਂ ਕਿਸ ਚੀਜ਼ ਲਈ ਨੇ, ਇਸ ਚੀਜ਼ ਨੂੰ ਸਾਨੂੰ ਕਲੀਅਰ ਕਰਨਾ ਪੈਣਾ। ਬਗਾਵਤਾਂ ਸਾਡੀਆਂ ਜ਼ੁਲਮ ਦੇ ਖਿਲਾਫ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਾਨੂੰ ਵੀ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਮਹਾ ਪਾਪ ਹੈ। ਉਸੇ ਜ਼ੁਲਮ ਨੂੰ ਇੱਕ ਠੱਲ ਪਾਉਣ ਦੇ ਲਈ ਅੱਜ ਜੇ ਪੰਜਾਬ ਦਾ ਬੱਚਾ ਬੱਚਾ ਸੜਕਾਂ ਤੇ ਆ ਤੇ ਉਸੇ ਜ਼ੁਲਮ ਨੂੰ ਠੱਲ ਪਾਉਣ ਲਈ ਹੀ ਹੈ, ਤੇ ਉਸੇ ਦੇ ਹੀ ਅਸੀਂ ਇੱਕ ਹਿੱਸਾ, ਤੇ ਸਾਡਾ ਆਉਣਾ ਬਣਦਾ ਸੀ, ਮੈਨੂੰ ਲੱਗਦਾ। ਇਹ ਤਾਂ ਕਹਿੰਦੇ ਕਿ ਪੜ੍ਹੇ ਲਿਖੇ ਤਾਂ ਕਿਸਾਨ ਹੋ ਹੀ ਨਹੀਂ ਸਕਦੇ, ਕਿਸਾਨ ਤਾਂ ਅਨਪੜ੍ਹ ਹੈ। ਇੱਥੇ ਜਿਹੜੇ ਬੈਠੇ ਨੇ ਕਿਸਾਨ ਹੈ ਹੀ ਨਹੀਂ। ਸਾਡੇ ਬਾਬਾ ਨਾਨਕ ਪਹਿਲੇ ਕਾਮਰੇਡ ਹੋਏ ਨੇ ਦੁਨੀਆ ਦੇ, ਪਹਿਲੇ ਸਕਾਲਰ ਕਹੂੰਗੀ ਮੈਂ ਉਹਨਾਂ ਨੂੰ, ਪਹਿਲੇ ਸਕਾਲਰ ਹੋਏ ਨੇ। ਕਿੱਤਾ ਉਹਨਾਂ ਦਾ ਕੀ ਸੀ ਤੇ ਉਹਨਾਂ ਨੇ ਸਾਨੂੰ ਸੇਧ ਕੀ ਦਿੱਤੀ ਹੈ? ਖੇਤੀ, ਉੱਤਮ ਖੇਤੀ, ਮੱਧਮ ਵਪਾਰ। ਅਸੀਂ ਕਿਰਤ ਕਰਨ ਵਾਲੇ ਲੋਕ ਆ ਤੇ ਕਿਰਤ ਦੇ ਵਿੱਚੋਂ ਸਾਨੂੰ ਜਾਗਰੂਕਤਾ ਵੀ ਮਿਲਦੀ ਆ। ਅਸੀਂ ਦੁਨੀਆ ਤੇ ਉੱਗੇ ਹੋਏ ਲੋਕ ਆ, ਅਸੀਂ ਮਿੱਟੀ 'ਚੋਂ ਉੱਗੇ ਹੋਏ ਲੋਕ ਆ, ਅਸੀਂ ਮਿੱਟੀ ਨਾਲ ਜੁੜੇ ਆ। ਮਿੱਟੀ ਤੋਂ ਬਿਨਾਂ ਸਾਡੀ ਹੋਂਦ ਨਹੀਂ ਹੋ ਸਕਦੀ। ਕੌਣ ਕਹਿੰਦਾ ਪੰਜਾਬ ਦੇ ਕਿਸਾਨਾਂ ਦੇ ਧੀਆਂ ਪੁੱਤ ਪੜ੍ਹੇ ਲਿਖੇ ਨਹੀਂ ਹੋ ਸਕਦੇ, ਹੈ ਨਾ। ਸਾਡੇ ਬਾਪੂ, ਸਾਡੇ ਦਾਦੇ ਖੇਤੀ ਨਾਲ ਜੁੜੇ ਹੋਏ ਨੇ, ਉਹਨਾਂ ਨੇ ਮਿੱਟੀ ਨਾਲ ਮਿੱਟੀ ਹੋ ਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ, ਤੇ ਅੱਜ ਅਸੀਂ ਉਹਨਾਂ ਚੀਜ਼ਾਂ ਨੂੰ ਮਨਫੀ ਨਹੀਂ ਕਰ ਸਕਦੇ ਆਪਣੀ ਲਾਈਫ 'ਚੋਂ। ਹਾਂ ਠੀਕ ਹੈ, ਕੋਈ ਗੱਲ ਨਹੀਂ, ਜਿਵੇਂ ਹਕੂਮਤ ਚੱਲੂਗੀ ਅਸੀਂ ਉਹਦਾ ਜਵਾਬ ਉਵੇਂ ਦੇਵਾਂਗੇ। ਮੈਨੂੰ ਲੱਗਦਾ ਕਿ ਅੱਜ 1 ਮਹੀਨਾ ਪੂਰਾ ਹੋ ਗਿਆ, ਵੈਸੇ ਕੱਲ ਹੋ ਗਿਆ ਕਿਉਂਕਿ 25 ਤਰੀਕ ਨੂੰ ਤੁਰ ਪਈਆਂ ਸੀ ਟਰਾਲੀਆਂ ਪੰਜਾਬ ਤੋਂ, ਤਾਂ 1 ਮਹੀਨਾ ਤੇ 1 ਦਿਨ ਮੈਂ ਕਹਿ ਦੂੰਗਾ ਕਿ ਉੱਤੇ ਹੋ ਗਿਆ। ਕੇਂਦਰ ਸਰਕਾਰ ਦੇ ਸਿਰ ਦੇ ਉੱਪਰ ਜੂੰ ਨਹੀਂ ਸਰਕ ਰਹੀ। ਠੀਕ ਹੈ, ਅੰਦਰੋਂ ਅੰਦਰੀ ਜਿੰਨਾ ਮਰਜ਼ੀ ਪ੍ਰੈਸ਼ਰ ਹੋਵੇ, ਪਰ ਉਹ ਆਪਣੇ ਬਿਆਨਬਾਜ਼ੀਆਂ ਦੇ ਵਿੱਚ ਅਜੇ ਤੱਕ ਇਹੀ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਸਮਝ ਨਹੀਂ ਲੱਗ ਰਿਹਾ ਇਹ ਖੇਤੀ ਕਾਨੂੰਨ ਉਹਨਾਂ ਦੇ ਬਹੁਤ ਫਾਇਦੇ ਲਈ ਹੈ। ਹੰਕਾਰ ਵੀਰ ਜੀ, ਸਿਰਫ ਹੰਕਾਰ। ਪਤਾ ਉਹਨਾਂ ਨੂੰ ਵੀ ਹੈ। ਪਹਿਲਾਂ ਉਹ ਕਹਿੰਦੇ ਸੀ ਵੀ ਬਿੱਲ ਤੁਹਾਡੇ ਪੱਖ 'ਚ ਨੇ, ਅਸੀਂ ਲੀਡਰਾਂ ਨੂੰ ਘਰ ਘਰ ਪਹੁੰਚਾ ਕੇ ਤੁਹਾਨੂੰ ਸਮਝਾਵਾਂਗੇ। ਫਿਰ ਉਹ ਹੁਣ ਅਮੈਂਡਮੈਂਟਸ ਤੇ ਆ ਗਏ। ਇਟ ਮੀਨਸ ਉਹ ਮੰਨ ਰਹੇ ਨੇ ਵੀ ਬਿੱਲਾਂ 'ਚ ਗਲਤੀ ਹੈ, ਤੇ ਅਸੀਂ ਇਹ ਮੰਨ ਰਹੇ ਹਾਂ ਵੀ ਬਿੱਲ ਟੋਟਲੀ ਗਲਤ ਨੇ। ਬਸ ਫਰਕ ਸਿਰਫ ਹੰਕਾਰ ਦਾ। ਜਿੱਦਣ ਉਹ ਧੌਣ ਚੋਂ ਕਿੱਲਾ ਨਿਕਲ ਗਿਆ ਉਦੋਂ ਇਹ ਬਿੱਲ ਰੱਦ ਵੀ ਕਰਨਗੇ। ਤੁਸੀਂ ਖੇਤੀ ਕਰਦੇ ਹੋ ਫਿਰ ਪਿੰਡ 'ਚ? ਆਪ ਹੱਥੀਂ ਕਦੀ ਕਿਰਤ ਕੀਤੀ ਖੇਤੀ ਦੇ ਵਿੱਚ? ਮੇਰੇ ਫਾਦਰ ਸਾਹਿਬ ਖੇਤੀ ਨਾਲ ਜੁੜੇ ਹੋਏ ਆ, ਮੇਰੇ ਦਾਦੇ ਪੜਦਾਦੇ ਅਸੀਂ ਖੇਤੀ ਨਾਲ ਜੁੜੇ ਹੋਏ ਆ, ਹੈ ਨਾ। ਖੇਤੀ ਤੋਂ ਬਿਨਾਂ ਵਜੂਦ ਨਹੀਂ ਹੈਗਾ, ਤੇ ਪੰਜਾਬ ਦੀਆਂ ਧੀਆਂ ਉਸ ਕਿਸਾਨੀ ਨਾਲ ਜੁੜੀਆਂ ਹੋਈਆਂ ਨੇ। ਖੇਤਾਂ ਦੇ ਵਿੱਚ ਕੰਮ ਕਰਨਾ
ਤੇ ਉਸ ਦੀ ਇੱਕ ਬੈਕਬੋਨ ਬਣ ਕੇ ਖੜਨਾ, ਦੋਵੇਂ ਬਰਾਬਰ ਦੀਆਂ ਧਿਰਾਂ ਨੇ। ਜੇ ਸਾਡੀਆਂ ਮਾਵਾਂ ਜਾਂ ਅਸੀਂ ਆ, ਜੇ ਘਰੋਂ ਇੱਕ ਉਸ ਕਿਰਤ ਨੂੰ ਇੱਕ ਹੰਬੜਾ ਮਾਰਨ ਲਈ ਆਪਣੇ ਆਪਣੇ ਮਤਲਬ ਘਰ 'ਚ ਜਿਹੜੇ ਜੈਂਟਸ ਹੁੰਦੇ ਨੇ ਜਾਂ ਫਾਦਰ ਸਾਹਿਬ ਨੇ, ਮੇਰੇ ਗ੍ਰੈਂਡਫਾਦਰ ਨੇ, ਉਹਨਾਂ ਦੀ ਬੈਕਬੋਨ ਕੌਣ ਹੈ? ਉਹ ਸਾਡੀਆਂ ਮਾਵਾਂ ਨੇ। ਅੱਗੋਂ ਅਸੀਂ ਬਣਨਾ, ਤੇ ਅਸੀਂ ਉਸ ਕਿਰਤ ਨਾਲ ਸਿੱਧੇ ਸਿੱਧੇ ਦੋਵੇਂ ਰੂਪ 'ਚ ਜੁੜੇ ਹੋਏ ਆ। ਘਰੋਂ ਕੌਣ ਕੌਣ ਆਇਆ ਫਿਰ ਇਸ ਅੰਦੋਲਨ 'ਚ? ਟਿਕਰੀ ਬਾਰਡਰ ਤੇ ਮੇਰੇ ਫਾਦਰ ਸਾਹਿਬ ਨੇ, ਮੇਰੇ ਬ੍ਰਦਰ ਆਏ ਹੋਏ ਨੇ ਉਧਰ, ਇੱਧਰ ਸਿੰਘੂ ਬਾਰਡਰ ਤੇ ਮੈਂ ਆ। ਸਾਰੇ ਪਾਸੇ ਘਰ ਮੋਰਚਾ ਸਾਂਭਿਆ ਹੋਇਆ। ਬਿਲਕੁਲ ਬਿਲਕੁਲ, ਮੋਰਚੇ ਸਾਹਮਣੇ ਪੈਣਗੇ, ਅੱਜ ਨਹੀਂ ਤਾਂ ਕੱਲ ਨੂੰ ਸਾਹਮਣੇ ਪੈਣਗੇ। ਮੈਂ ਤਾਂ ਕਹਿੰਨੀ ਆ ਮਤਲਬ ਜਿਹੜੇ ਨਹੀਂ ਵੀ ਆ ਰਹੇ ਨਾ, ਕੁੜੀਆਂ ਖਾਸ ਕਰਕੇ, ਘਰਾਂ ਤੋਂ ਬਾਹਰ ਆ ਜਾਓ। ਇਹ ਸਾਡੀ ਖੇਤੀ ਨੂੰ, ਸਾਡੀ ਫਸਲ ਨੂੰ ਨਹੀਂ ਹੈਗਾ ਖਤਰਾ, ਇਹ ਸਾਡੀ ਇੱਜ਼ਤ ਨੂੰ, ਸਾਡੀ ਗੈਰਤ ਨੂੰ ਖਤਰਾ ਗਾ। ਸਿੱਧਾ ਅਟੈਕ ਸਾਡੀ ਗੈਰਤ ਤੇ ਹੋਇਆ, ਤੇ ਗੈਰਤਾਂ ਦੀ ਰਾਖੀ ਅਸੀਂ ਦੂਜਿਆਂ ਦੀ ਕਰਦੇ ਰਹੇ ਆ। ਜਦੋਂ ਸਾਡੇ ਤੇ ਆਊਗੀ ਗੱਲ, ਉਦੋਂ ਤਾਂ ਫਿਰ ਤੁਹਾਨੂੰ ਵੀ ਪਤਾ ਕੀ ਹੋਊਗਾ। ਉਹ ਹਾਂਜੀ ਹਾਂਜੀ ਹਾਂਜੀ। ਅੱਛਾ, ਇਹ ਹੈ ਕਿ ਔਰਤ ਦੀ ਅੱਖ ਤੋਂ ਮੈਂ ਜਾਣਨਾ ਚਾਹੁੰਦਾ ਕਿ ਇਹ ਅੰਦੋਲਨ ਨੂੰ ਔਰਤ ਕਿਵੇਂ ਦੇਖ ਰਹੀ ਹੈ, ਕਿ ਕਿਸ ਤਰੀਕੇ ਨਾਲ ਚੱਲ ਰਿਹਾ ਹੈ, ਸਮੂਥ ਚੱਲ ਰਿਹਾ ਹੈ, ਥੋੜਾ ਗਰਮ ਚੱਲ ਰਿਹਾ ਹੈ, ਜਾਂ ਕਿਵੇਂ ਦਾ ਹੋਣਾ ਚਾਹੀਦਾ ਔਰਤ ਦੀ ਅੱਖ ਤੋਂ? ਮਾਵਾਂ ਕਦੇ ਵੀ ਆਪਣੇ ਪੁੱਤਾਂ ਨੂੰ ਦੂਰ ਨਹੀਂ ਕਰਨਾ ਚਾਹੁੰਦੀਆਂ ਹੁੰਦੀਆਂ, ਹਨਾ। ਸਾਡਾ ਇਤਿਹਾਸ ਗਵਾਹ ਆ, ਜਦੋਂ ਜਦੋਂ ਜ਼ੁਲਮ ਦੀ ਅੱਤ ਹੁੰਦੀ ਆ, ਉਦੋਂ ਉਹੀ ਮਾਵਾਂ, ਉਹੀ ਔਰਤਾਂ ਹੱਥੋਂ ਤਿਆਰ ਕਰ ਕਰ ਮਰਦਾਂ ਨੂੰ ਭੇਜਦੀਆਂ ਨੇ ਜੰਗ ਦੇ ਮੈਦਾਨ 'ਚ। ਮਾਈ ਭਾਗੋ ਦੀ ਆਪਾਂ ਐਗਜ਼ਾਮਪਲ ਲੈ ਸਕਦੇ ਆ। ਸਾਡੀ ਮਾਤਾ ਗੁਜਰੀ ਨੇ ਆਪਣੇ ਪੋਤਿਆਂ ਨੂੰ ਗੋਦ 'ਚ ਬਿਠਾ ਕੇ ਸਾਰੀ ਰਾਤ ਪਾਠ ਪੜ੍ਹਾਏ ਨੇ। ਇਹੀ ਠੰਡੀਆਂ ਰਾਤਾਂ ਚੱਲ ਰਹੀਆਂ ਸੀ, ਉਹੀ ਦਿਨ ਚੱਲ ਰਹੇ ਨੇ, ਉਹੀ ਸਾਨੂੰ ਕੀ ਪ੍ਰੇਰਨਾ ਦੇ ਰਹੇ ਨੇ। ਅੱਜ ਦੀ ਔਰਤ ਦੀ ਜੇ ਮੈਂ ਗੱਲ ਕਰਾਂ, ਸਾਡੀਆਂ ਮਾਵਾਂ ਨੇ, ਹਨਾ, ਪਿੰਡਾਂ 'ਚ ਨੇ, ਜੇ ਘਰੋਂ ਹੁਣ ਪੁੱਤ ਨੇ, ਸਾਰੀ ਯੂਥ ਅੱਜ ਸੜਕਾਂ ਤੇ ਹੈ, ਉਹ ਉਹਨਾਂ ਮਾਵਾਂ ਦੀ ਹੱਲਾਸ਼ੇਰੀ ਤੋਂ ਬਿਨਾਂ ਨਹੀਂ ਹੋ ਸਕਦੀ। ਉਹ ਕਹਿੰਦੀ ਹੈ ਵੀ ਪੁੱਤ ਤੁਸੀਂ ਉੱਥੇ ਟਿਕ ਕੇ ਬਹਿ ਜਾਓ, ਰਾਹਾਂ 'ਚ ਨਾ ਹੁਣ ਭਟਕੋ, ਤੁਹਾਡਾ ਮੋਰਚਾ ਉੱਥੇ ਆ। ਹੁਣ ਇਹਨਾਂ ਠੰਡਾਂ 'ਚ ਤੁਹਾਨੂੰ ਰਾਹ 'ਚ ਆਉਣ ਜਾਣ ਦੀ ਲੋੜ ਨਹੀਂ ਹੈਗੀ, ਘਰੇ ਅਸੀਂ ਹੈਗੇ ਆ। ਔਰਤ ਦੀ ਅੱਖ ਤੁਸੀਂ ਆਪ ਦੇਖ ਲਓ ਹੁਣ ਕੀ ਕਹਿੰਦੀ ਆ। ਮਤਲਬ ਮਾਵਾਂ ਆਪ ਥਾਪੀਆਂ ਦੇ ਕੇ ਫਿਰ ਘੱਲਣਦੀਆਂ ਇਹਨੂੰ। ਸਾਨੂੰ ਗੁੜਤੀਆਂ ਹੀ ਇਸ ਚੀਜ਼ ਦੀਆਂ ਮਿਲੀਆਂ ਨੇ। ਅਸੀਂ ਠੀਕ ਹੈ, ਮਤਲਬ ਅਸੀਂ ਵੀ ਮੰਨਦੇ ਆ, ਸਾਡੇ ਨਾ ਸਿਸਟਮ ਨੇ ਕੀ ਕੀਤਾ ਹੋਇਆ ਸੀ ਵੀਰ ਜੀ। ਜੇ ਅਸੀਂ 47 ਤੋਂ ਬਾਅਦ ਦੀ ਗੱਲ ਕਰੀਏ, 47 ਦੇ ਵਿੱਚ ਵੀ ਜੇ ਸਿੱਧਾ ਅਟੈਕ ਹੋਇਆ ਤਾਂ ਪੰਜਾਬ ਤੇ ਹੋਇਆ, ਕੱਟ ਵੱਢ ਦਿੱਤਾ ਗਿਆ ਸਾਡੇ ਪੰਜਾਬ ਨੂੰ। ਸਾਡੇ ਕੋਲੇ 2.5 ਦਰਿਆਵਾਂ ਦੀ ਇੱਕ ਧਰਤੀ ਰਹਿ ਗਈ। ਅਸੀਂ ਉਦੋਂ ਚੁੱਪ ਰਹੇ ਵੀ ਚਲੋ ਠੀਕ ਆ, ਹਕੂਮਤਾਂ ਦੀ ਚੱਲ ਗਈ, ਹਨਾ। ਫਿਰ ਕੀ ਹੋਇਆ, ਹਰਿਆਣਾ ਸਾਡੇ ਤੋਂ ਅਲੱਗ ਕਰ ਦਿੱਤਾ ਗਿਆ, ਹਿਮਾਚਲ ਸਾਡੇ ਤੋਂ ਅਲੱਗ ਕਰ ਦਿੱਤਾ ਗਿਆ। ਪੰਜਾਬ ਦੀਆਂ ਮਤਲਬ ਪੰਜਾਬ ਦਾ ਇੱਕ ਇਹਨਾਂ ਨੇ ਖਿੱਤੇ ਨੂੰ ਮਤਲਬ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਸਮੇਟ ਕੇ ਰੱਖਤਾ, ਹਨਾ। ਪਰ ਮੈਂ ਕਹਿੰਨੀ ਆ ਵੀ ਜਿਹੜੀ ਜੀਨਸ ਹੁੰਦੇ ਨੇ ਨਾ, ਉਹ ਤੁਸੀਂ ਤੁਸੀਂ ਇੱਕ ਸਟੇਟ ਦਾ ਨਾਮ ਬਦਲੀ ਜਾਓ, ਮੈਂ ਕਹਿੰਨੀ ਉਹ ਅਲੱਗ ਨਹੀਂ ਹੋ ਸਕਦੇ। ਇੱਥੇ ਮੈਂ ਹਰਿਆਣੇ ਦੀ ਗੱਲ ਕਰੂੰਗੀ, ਤੁਸੀਂ ਜੇ ਉਹਦਾ ਨਾਮ ਹਰਿਆਣਾ ਰੱਖਦਾ, ਇਟ ਮੀਨਸ ਉਹਦੇ ਜੀਨਸ 'ਚ ਉਹ ਚੀਜ਼ ਨਹੀਂ ਬਗਾਵਤ ਵਾਲੀ ਖਤਮ ਹੋਣੀ ਕਦੇ, ਜਿਹੜੀ ਉਹ ਸੱਚ ਲਈ ਆਵਾਜ਼ ਉਠਾਊਗਾ। ਸਾਡੇ ਨਾਲ ਖੜੇ ਨੇ ਸਾਡੇ ਭਰਾ, ਹਨਾ। ਤੇ ਜਿਹੜੀ ਤੁਸੀਂ ਮਤਲਬ ਗੱਲ ਕੀਤੀ ਸੀ, ਕੀ ਪੁੱਛ ਰਹੀ ਸੀ ਤੁਸੀਂ ਮੇਰੇ ਤੋਂ? ਹਨਾ, ਤੇ ਮਤਲਬ ਉਹੀ ਮਾਵਾਂ ਨੇ, ਹਰਿਆਣੇ ਦੀ ਵੀ ਉਹੀ ਮਾਵਾਂ ਨੇ, ਪੰਜਾਬ ਦੀਆਂ ਵੀ ਉਹੀ ਮਾਵਾਂ ਨੇ। ਇਹ ਸਾਡੇ ਨਾ ਜੀਨਸ ਦੇ ਵਿੱਚ ਆ, ਸਾਨੂੰ ਸਿਸਟਮ ਉਵੇਂ ਦਾ ਪ੍ਰੋਵਾਈਡ ਕਰਾ ਦਿੱਤਾ ਗਿਆ ਹੁਣ ਤੱਕ। ਪਹਿਲਾਂ ਸਾਡੇ ਪੰਜਾਬ ਨੂੰ ਭੂਗੋਲਿਕ ਖਿੱਤਾ, ਜਿਓਗ੍ਰਾਫਿਕਲੀ ਸਾਨੂੰ ਵੰਡਿਆ, ਤੋੜਤਾ। ਉਸ ਤੋਂ ਬਾਅਦ ਦੁਨੀਆ ਦੀ ਨਜ਼ਰ ਦੇ ਵਿੱਚ ਸਾਨੂੰ ਕੀ ਆ, ਨਸ਼ੇੜੀ ਬਣਾਤਾ। ਫਿਰ ਸਾਡੇ 'ਚ ਕੀ ਕੀਤਾ ਇਹਨਾਂ ਨੇ, ਹਰੀ ਕ੍ਰਾਂਤੀ ਲਿਆਂਦੀ। ਹਰੀ ਕ੍ਰਾਂਤੀ ਦੇ ਨਾਲ ਕੀ ਹੋਇਆ, ਸਾਡੇ ਪਾਣੀਆਂ 'ਚ ਜ਼ਹਿਰ ਫੈਲਾਈ। ਸਿਸਟਮੈਟਿਕਲੀ ਤੋੜਿਆ ਗਿਆ ਨਾ, ਮਤਲਬ ਪਹਿਲਾਂ ਜਿਓਗ੍ਰਾਫਿਕਲੀ ਤੋੜਿਆ, ਫਿਰ ਰੈਵੋਲੂਸ਼ਨ ਲਿਆ ਕੇ, ਮਤਲਬ ਝੂਠਾ ਰੈਵੋਲੂਸ਼ਨ ਲਿਆ ਕੇ ਸਾਡੇ ਪਾਣੀਆਂ 'ਚ ਜ਼ਹਿਰ ਘੋਲਿਆ। ਇਟ ਮੀਨਸ ਸਾਨੂੰ ਬਿਮਾਰ ਕੀਤਾ। ਫਿਰ ਸਾਡੇ ਤੇ ਨਸ਼ੇ ਦੀ ਇੱਕ ਜਿਹੜੀ ਛਾਪ ਇਹਨਾਂ ਨੇ, ਝੂਠੀ ਛਾਪ ਲਾਈ ਸੀ, ਉਹਦੇ ਨਾਲ ਇਹਨਾਂ ਨੇ ਸਾਡੀ ਮਾਨਸਿਕਤਾ ਨੂੰ ਨਿਗਾਰ ਵੱਲ ਲੈ ਕੇ ਆਏ। ਇਹ ਅੰਦੋਲਨ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਲੂਗਾ? ਨਸ਼ੇ ਤੋਂ ਹੋ ਗਿਆ, ਚਾਹੇ ਜੋ ਸਾਡੇ ਉੱਤੇ ਇਲਜ਼ਾਮ ਲੱਗਦੇ ਨੇ, ਜੋ ਸਾਨੂੰ ਪੰਜਾਬ ਨੂੰ ਭੰਡਿਆ ਜਾਂਦਾ ਜ਼ਿਆਦਾਤਰ, ਤਾਂ ਇੱਥੇ ਪੰਜਾਬ ਹੀ ਬੈਠਾ, ਸਾਰਾ ਪੰਜਾਬ ਹੈ ਇੱਥੇ, ਤਾਂ ਪੰਜਾਬ ਦਾਗ ਧੋਲੂਗਾ ਇਸ ਅੰਦੋਲਨ ਰਾਹੀਂ? ਜਦੋਂ ਅਸੀਂ ਹੁਣ ਗੱਲ ਕਰਦੇ ਆ ਨਾ, ਜਦੋਂ ਹੁਣ ਅਸੀਂ ਗੱਲ ਕਰਦੇ ਆ ਪੰਜਾਬ 'ਚ ਬੈਠੇ ਹੋਏ, ਜਦੋਂ ਗੱਲ ਕਰਦੇ ਆ, ਸਾਡੀ ਮਾਨਸਿਕਤਾ 'ਚ ਇਹ ਚੀਜ਼ ਆ ਹੀ ਨਹੀਂ ਰਹੀ ਵੀ ਸਾਡੇ ਪੰਜਾਬ ਦੇ ਪੁੱਤ ਨਸ਼ੇੜੀ ਨੇ। ਆਉਂਦੀ ਸੀ, ਕਿਉਂਕਿ ਸਾਡੇ ਤੇ ਮਤਲਬ ਸਾਡੀ ਮਾਨਸਿਕਤਾ ਇਹਨਾਂ ਨੇ ਬਣਾ ਉਵੇਂ ਦਿੱਤੀ ਸੀ ਸਿਸਟਮ ਨੇ, ਹਨਾ। ਸਾਨੂੰ ਦਿਖਾ ਉਵੇਂ ਕੁਝ ਦਿੱਤਾ ਸੀਗਾ, ਦੁਨੀਆ ਦੀ ਨਜ਼ਰ 'ਚ ਸਾਨੂੰ ਨਸ਼ੇੜੀ ਖੜੇ ਕਰ ਦਿੱਤਾ। ਜੇ 100 ਵਾਰੀ ਝੂਠ ਬੋਲੀ ਜਾਓ ਤਾਂ ਇੱਕ ਵਾਰੀ ਸੱਚ ਲੱਗਣ ਲੱਗ ਜਾਂਦਾ। ਫਿਰ ਉਹ ਲੱਗਣ ਲੱਗ ਜਾਂਦਾ, ਪਰ ਸੱਚ ਸੱਚ ਹੀ ਰਹਿੰਦਾ।
ਇਸ ਨੂੰ ਵੀ ਨਹੀਂ ਝੁਠਲਾਇਆ ਜਾ ਸਕਦਾ ਵੀ ਸੱਚ ਸੱਚ ਹੀ ਰਹਿੰਦਾ। ਤੇ ਇਹਦੇ ਚ ਕੀ ਹੈ ਵੀ ਹੁਣ ਅਸੀਂ ਉਸ ਚੀਜ਼ ਨੂੰ ਨਾ ਵੀ ਸਾਡੇ ਬਾਪੂਆਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੂੰਗੀ ਵੀ ਹਾਂ ਸਾਡੇ ਤੇ ਬਹੁਤ ਤੁਹਮਤਾਂ ਲੱਗੀਆਂ ਨੇ, ਸਾਡੀ ਨੌਜਵਾਨੀ ਤੇ ਬਹੁਤ ਤੁਹਮਤਾਂ ਲੱਗੀਆਂ ਨੇ, ਤੇ ਪਰ ਬਾਪੂ ਵੀ ਤੁਹਾਡਾ ਜਿਹੜਾ ਖੂਨ ਹੈ ਨਾ ਉਹ ਵਾਲਾ ਖਾਊਗਾ ਹੀ ਖਾਊਗਾ, ਚਾਹੇ ਅੱਜ ਖਾ ਲੇ ਚਾਹੇ ਕੱਲ ਖਾ ਲੇ। ਤੇ ਉਹ ਸਾਨੂੰ ਮੋਦੀ ਦਾ ਤਾਂ ਧੰਨਵਾਦ ਹੈ, ਮਤਲਬ ਸੱਚੀ ਧੰਨਵਾਦ ਹੈ ਵੀ ਉਹਨੇ ਸਾਨੂੰ ਸਾਡੀ ਹੋਂਦ ਦਾ ਅਹਿਸਾਸ ਕਰਾਤਾ ਅਸੀਂ ਹੈ ਕੀ ਆ। ਸਾਨੂੰ ਅੱਜ ਤੋਂ ਪਹਿਲਾਂ ਪਤਾ ਹੀ ਨਹੀਂ ਸੀਗਾ। ਅਸੀਂ ਠੀਕ ਆ, ਅਸੀਂ ਇਤਿਹਾਸ ਨਾਲ ਜੁੜੇ ਹੋਏ ਆ, ਪਰ ਫਿਰ ਵੀ ਕਿਤੇ ਨਾ ਪੋਸਟ ਮਾਡਰਨਾਈਜੇਸ਼ਨ ਦੇ ਜਿਹੜੇ ਚੱਕਰ 'ਚ ਅਸੀਂ ਪਏ ਆ, ਗਲੋਬਲਾਈਜੇਸ਼ਨ ਕਰਕੇ ਅਸੀਂ ਹੋਰ ਚੀਜ਼ਾਂ 'ਚ ਮਟੀਰੀਅਲਿਸਟਿਕ 'ਚ ਅਸੀਂ ਉਲਝ ਗਏ ਸੀਗੇ ਕਿਤੇ ਨਾ ਕਿਤੇ। ਇਹ ਜਿਹੜੀਆਂ ਚੀਜ਼ਾਂ ਨੇ ਆਪਾਂ ਨੂੰ ਐ ਲੱਗਦਾ ਵੀ ਬਿੱਲ ਆ ਗਏ ਹਨਾ, ਇਹ ਚੀਜ਼ਾਂ ਹੋਣਗੀਆਂ ਤੇ ਆਪਾਂ ਇੱਕਦਮ ਆ ਗਏ। ਦਿਸ ਇਜ਼ ਨਾਟ ਹੈਪਨਡ ਆਲ ਆਫ ਅ ਸਡਨ। ਅਚਾਨਕ ਇਹ ਚੀਜ਼ਾਂ ਨਹੀਂ ਵਾਪਰੀਆਂਗਾ, ਅਚਾਨਕ ਨਹੀਂ, ਇਹ ਤਾਂ 1991 ਤੋਂ ਚੱਲਦਾ ਆ ਰਿਹਾ ਸਾਰਾ ਕੁਝ। ਇਹ ਜਿਹੜੇ ਆਏ ਆ ਇਹ ਮੈਂ ਕਹਿੰਦੀ ਹੁੰਦੀ ਆ ਸਾਡੇ ਜਿਹੜੇ ਇਹ ਦਿਨ ਆ ਨਾ ਇਹ ਸਾਡੇ ਬਾਪੂ ਦੇ ਝੁਕੇ ਹੋਏ ਮੋਰਾਂ ਚ ਉੱਗੇ ਨੇ। ਸਾਡੇ ਇਹ ਦਿਨ ਸਾਡੀ ਬੇਬੇ ਦੀਆਂ ਪਾਟੀਆਂ ਵਿਆਹੀਆਂ ਚ ਉੱਗੇ ਨੇ। ਸਾਡੇ ਇਹ ਦਿਨ ਧੱਕੇ ਨਾਲ ਚੁੱਕੀ ਗਈ ਸਾਡੀ ਕਪਾਹ ਚ ਉੱਗੇ ਨੇ। ਸਾਡੇ ਦਿਨ ਸਾਡੇ ਖੇਤਾਂ 'ਚ ਸੁੱਕ ਚੁੱਕੀ ਰੌਣੀ ਚ ਉੱਗੇ ਨੇ। ਸਾਡੇ ਦਿਨ ਵਿਦਿਆਰਥੀਆਂ ਦੀ ਬੇਰੁਜ਼ਗਾਰੀ ਚ ਉੱਗੇ ਨੇ। ਸਾਡੇ ਇਹ ਦਿਨ ਕੁਪੋਸ਼ਣ ਦਾ ਸ਼ਿਕਾਰ ਹੋਈ ਕੁੱਖ ਚ ਉੱਗੇ ਨੇ। ਸਾਡੇ ਇਹ ਦਿਨ ਸਾਡੇ ਢਿੱਡ ਦੀ ਭੁੱਖ ਚ ਉੱਗੇ ਨੇ। ਸੋ ਇਸੇ ਕਰਕੇ ਦਿਸ ਇਜ਼ ਨਾਟ ਆਲ ਆਫ ਅ ਸਡਨ। ਬਹੁਤ ਚੀਜ਼ਾਂ ਜਿਹੜੀਆਂ ਚੱਲਦੀਆਂ ਆ ਰਹੀਆਂ ਸੀ ਇੱਥੇ ਜੇ ਹੋਰ ਵੀ ਆਏ ਨੇ ਕਿਸਾਨੀ ਦੇ ਨਾਲ ਨਾਲ ਉਹਨਾਂ ਦਾ ਆਪਣਾ ਬਹੁਤ ਰੋਸ ਹੈ ਇਸ ਸਿਸਟਮ ਨੂੰ ਲੈ ਕੇ। ਇਹਨਾਂ ਚੀਜ਼ਾਂ 'ਚੋਂ ਮੈਂ ਕਹਿੰਦੀ ਹੁੰਦੀ ਹਾਂ ਦਿਨ ਉੱਗੇ ਨੇ। ਜੇ ਆਪਾਂ ਕੁੜੀਆਂ ਦੀ ਗੱਲ ਕਰਦੇ ਆ, ਆਪਾਂ ਜੇ ਸਿਸਟਮ ਦੀ ਨਜ਼ਰ ਨਾਲ ਦੇਖਦੇ ਆ, ਜਾਂ ਮੈਂ ਕਹਿੰਦੀ ਹੁੰਦੀ ਹਾਂ ਵੀ ਜਿਨ੍ਹਾਂ ਨੂੰ ਸ਼ੱਕ ਆ ਕਿ ਕੁੜੀਆਂ ਜਾਂ ਜਿਨ੍ਹਾਂ ਨੂੰ ਸ਼ੱਕ ਆ ਕਿ ਚਿੜੀਆਂ ਦਾ ਚੰਬਾ ਸਿਰਫ ਡੇਕ ਤੱਕ ਹੀ ਉੱਡ ਕੇ ਡੇਕ ਤੇ ਹੀ ਬਹਿੰਦਾ, ਡੇਕ ਜੋਗਾ ਹੀ ਆ, ਜਾਂ ਜਿਨ੍ਹਾਂ ਨੂੰ ਸ਼ੱਕ ਸੀ ਕਿ ਚਿੜੀਆਂ ਦਾ ਚੰਬਾ ਲੁਕੋ ਕੇ ਆਪਣੇ ਸੁਪਨਿਆਂ ਨੂੰ ਲੁਕੋ ਕੇ ਰੱਖਣ ਲਈ ਸਿਰਫ ਕਰੋਸ਼ੀਆ ਹੀ ਬੁਣਦਾ, ਹੁਣ ਚਿੜੀਆਂ ਦੇ ਚੰਬੇ ਨੂੰ ਲਾਲ ਕਿਲੇ ਤੇ ਮੰਡਰਾਉਂਦਾ ਦੇਖ ਕੇ ਕਈਆਂ ਦੀਆਂ ਅੱਖਾਂ 'ਚ ਮੋਤੀਆ ਉਤਰਨਾ ਲਾਜ਼ਮੀ ਆ। ਸੋ ਇਹ ਬਹੁ ਪੱਖੀ ਮਤਲਬ ਆਪਾਂ ਅੰਦੋਲਨ ਕਹਿ ਸਕਦੇ ਹਾਂ, ਜਿਵੇਂ ਕਹਿ ਸਕਦੇ ਹਾਂ ਵਨ ਸਵੰਨਾ ਰੋਹ ਆ। ਮੈਂ ਇਸ ਚੀਜ਼ ਨਾਲ ਇੱਕ ਹੋਰ ਗੱਲ ਜੋੜਨਾ ਚਾਹੂੰਗੀ ਹਰਪ੍ਰੀਤ ਦੀ ਨਾਲ, ਵੀ ਜਿਵੇਂ ਨੇ ਚਿੜੀਆਂ ਦੇ ਚੰਬੇ ਦੀ ਗੱਲ ਕੀਤੀ ਆ ਹਨਾ, ਅਸੀਂ ਖੇਤੀ ਨਾਲ ਇੰਨਾ ਕੁ ਜੁੜੇ ਹੋਏ ਆ ਨਾ, ਸਾਨੂੰ ਸਾਡੀਆਂ ਕੂੰਜਾਂ ਦਾ ਡਾਰਾਂ ਦਾ ਵੀ ਫਿਕਰ ਆ ਤੇ ਸਾਨੂੰ ਸਾਡੇ ਚਿੜੀਆਂ ਦੇ ਚੰਬਿਆਂ ਦਾ ਵੀ ਫਿਕਰ ਹੈ, ਤੇ ਉਹ ਸਾਡੇ ਨਾਲ ਹਮੇਸ਼ਾ ਜੁੜਿਆ ਰਹਿਣਾ। ਸਾਡੇ ਆਲਣੇ ਸਾਡੇ ਤੋਂ ਖੋਹੇ ਨਹੀਂ ਜਾ ਸਕਦੇ। ਅਸੀਂ ਇੰਨੇ ਕੁ ਭਾਵਨਾਤਮਕ ਇੰਨੇ ਕੁ ਇਮੋਸ਼ਨਲ ਲੋਕ ਆ ਨਾ ਆਪਣੇ ਖੇਤਾਂ ਨਾਲ, ਇਸ ਢੰਗ ਨਾਲ ਅਸੀਂ ਅਟੈਚਡ ਮਹਿਸੂਸ ਕਰਦੇ ਆ, ਹੈ ਵੀ ਆ। ਅਸੀਂ ਤੇ ਇਹ ਸੋਚਦੇ ਆ ਵੀ ਸਾਡੀਆਂ ਚਿੜੀਆਂ ਆਪਣੇ ਆਲਣੇ ਕਿੱਥੇ ਪਹੁੰਚਣਗੀਆਂ, ਸਾਡੇ ਜਨੌਰ ਚੋਗਾ ਚੁਗਣ ਕਿੱਥੇ ਜਾਇਆ ਕਰਨਗੇ, ਵੀ ਅਸੀਂ ਇੰਨੇ ਇਮੋਸ਼ਨਲ ਅਸੀਂ ਇਹਨਾਂ ਚੀਜ਼ਾਂ ਲਈ ਵੀ ਸੋਚਦੇ ਆ। ਸਾਡੀ ਪਰਵਾਜ਼ ਉੱਥੋਂ ਸ਼ੁਰੂ ਹੁੰਦੀ ਆ, ਸਾਡੇ ਖੇਤਾਂ ਤੋਂ। ਜੀ ਮੈਂ ਕਿਸਾਨ ਦਾ ਖੇਤ ਨਾਲ ਰਿਸ਼ਤਾ ਪੁੱਛਾਂ ਤਾਂ ਤੁਹਾਡੀ ਨਜ਼ਰ 'ਚ ਕੀ ਹੈ? ਧੀ ਤੇ ਪੁੱਤ ਦਾ ਰਿਸ਼ਤਾ, ਪਿਓ ਤੇ ਪੁੱਤ ਦਾ ਰਿਸ਼ਤਾ, ਮਾਂ ਤੇ ਧੀ ਦਾ ਰਿਸ਼ਤਾ, ਪਿਓ ਤੇ ਧੀ ਦਾ ਰਿਸ਼ਤਾ, ਭੈਣ ਤੇ ਭਰਾ ਦਾ ਰਿਸ਼ਤਾ, ਹਰ ਰਿਸ਼ਤਾ ਉੱਥੋਂ ਸ਼ੁਰੂ ਹੁੰਦਾ, ਹਰ ਰਿਸ਼ਤਾ ਉੱਥੇ ਖਤਮ ਹੁੰਦਾ। ਇਹ ਕਾਨੂੰਨਾਂ ਰਾਹੀਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਰਿਸ਼ਤਿਆਂ ਦੇ ਉੱਤੇ ਸਿੱਧਾ ਹੱਥ ਪਾਉਣ ਨੂੰ, ਸਾਡੇ ਗਲੇ ਨੂੰ ਹੱਥ ਪਾ ਰਿਹਾ। ਵੀਰ ਜੀ ਜ਼ਮੀਰ ਹੁੰਦੇ ਆ ਨਾ ਜਿਹੜੇ, ਸਭ ਤੋਂ ਵੱਡੀ ਚੀਜ਼ ਜ਼ਮੀਰ ਹੈ। ਸੰਤ ਵੀ ਕਹਿੰਦੇ ਹੁੰਦੇ ਸੀ ਵੀ ਜ਼ਮੀਰ ਦਾ ਮਰਨਾ ਮੌਤ ਹੈ, ਸਰੀਰ ਦਾ ਮਰਨਾ ਮੌਤ ਨਹੀਂ ਹੈਗੀ। ਜਦੋਂ ਸਾਡੇ ਜ਼ਮੀਰ ਤੇ ਹੱਥ ਪੈ ਗਿਆ ਤੇ ਸਾਡੇ ਰਿਸ਼ਤਿਆਂ ਦਾ ਵੀ ਘਾਣ ਹੋਊਗਾ, ਸਾਡੀਆਂ ਗੈਰਤਾਂ ਦਾ ਵੀ ਘਾਣ ਹੋਊਗਾ। ਅੱਛਾ ਹਰਪ੍ਰੀਤ, ਇੱਕ ਗੱਲ ਦੱਸੋ ਕਿ ਇਸ ਅੰਦੋਲਨ ਤੋਂ ਬਾਅਦ ਪੰਜਾਬ 'ਚ ਇੱਕ ਨਵਾਂ ਸਵੇਰਾ ਆਊਗਾ? ਪਰ ਸਾਡੇ ਪਤਾ ਕੀ ਰਿਹਾ ਹੈਗਾ, ਜਿਵੇਂ ਹੁਣ ਇਹ ਅੰਦੋਲਨ ਆ, ਆਪਾਂ ਹਿਸਟੋਰੀਕਲ ਮੂਵਮੈਂਟ ਦਾ ਇੱਕ ਪਾਰਟ ਬਣੇ ਆ ਹਨਾ, ਰਾਈਟ, ਬਟ ਇਹ ਚੀਜ਼ ਨੂੰ ਆਪਾਂ ਕਿਵੇਂ ਲੈ ਕੇ ਜਾਂਦੇ ਆ ਵਾਪਸ ਜਾ ਕੇ? ਆਪਾਂ ਭੁੱਲਦੇ ਤਾਂ ਨਹੀਂ, ਕਿਉਂਕਿ ਸਾਡੇ ਪਹਿਲਾਂ ਹੀ ਆਦਤ ਬਣੀ ਹੋਈ ਸੀ, ਅਸੀਂ ਭੁੱਲਦੇ ਬੜਾ ਛੇਤੀ ਆ। ਪਰ ਇੱਥੋਂ ਇੱਕ ਉਮੀਦ ਆ ਵੀ ਨਹੀਂ, ਆਹ ਚੀਜ਼ ਅਸੀਂ ਭੁੱਲਦੇ ਨਹੀਂ, ਅਸੀਂ ਇਹ ਚੀਜ਼ ਨੂੰ ਕਿਵੇਂ ਲੈ ਕੇ ਜਾਂਦੇ ਆ। ਮੈਂ ਅੱਗੇ ਵੀ ਕਿਹਾ ਸੀ ਵੀ ਸਾਡਾ ਜਿਹੜਾ ਲੋਕਤੰਤਰ ਆ ਨਾ, ਡੈਮੋਕ੍ਰੇਸੀ ਆ, ਇਹਨੇ ਬਹੁਤ ਗੰਦੀ ਜੂਨ ਭੋਗੀ ਆ। ਇਹ ਆਪਾਂ ਸਭ ਨੂੰ ਪਤਾ ਕਿ ਡੈਮੋਕ੍ਰੇਸੀ ਨੇ ਬੜੀ ਗੰਦੀ ਜੂਨ ਭੋਗੀ ਆ, ਸਾਡੇ ਸਮਿਆਂ 'ਚ ਭੋਗੀ ਆ ਤੇ ਭੋਗਦੀ ਆਈ ਆ। ਪਰ ਹੁਣ ਇਹ ਵੇਲਾ, ਕਿਉਂਕਿ ਆਪਾਂ ਨੂੰ ਜੇ ਚੀਜ਼ਾਂ ਨੂੰ ਚੇਂਜ ਕਰਨਾ ਨਾ, ਇਹ ਸਾਡੇ ਹੱਥ ਵਾਸਾ ਕਿ ਰਾਈਟ ਟੂ ਵੋਟ ਜਿਹੜਾ ਸਾਨੂੰ ਮਿਲਿਆ, ਆਪਾਂ ਉਹਦੇ ਰਾਹੀਂ ਇਹਨੂੰ ਚੈਲੰਜ ਕਰ ਸਕਦੇ ਆ। ਪਰ ਹੁਣ ਇਹ ਦੇਖਣਾ, ਜਿਵੇਂ ਆਪਾਂ ਕਿਸਾਨੀ ਲਈ ਆਏ ਆ, ਕਿ ਆਉਣ ਵਾਲੇ ਟਾਈਮ 'ਚ ਪਾਰਲੀਮੈਂਟ ਦੀ ਕਿਹੜੀ ਸੀਟ ਤੇ ਕਿੰਨਾ ਵੀ ਪਾਉਣਾ, ਰਾਈਟ, ਕਹਿਣ ਦਾ ਮਤਲਬ ਇਹ ਆ ਕਿ ਕਿੰਨੀਆਂ ਵੋਟਾਂ ਨੂੰ ਮੈਂ ਲੈ ਕੇ ਗੱਲ ਕਰ ਰਹੀ ਆ, ਇਹ ਆਪਣੇ ਹੱਥ ਵਾਸਾ ਵੀ ਹੁਣ ਇਹ ਦੇਖਣਾ ਸੀ ਕਿਹੜੀ ਸੀਟ ਤੇ ਕਿੰਨਾ ਵੀ ਪਾਉਣਾ। ਮੈਨੂੰ ਇਹ ਲੱਗਦਾ ਹੈ ਵੀ ਅਸੀਂ ਮਤਲਬ ਸਾਡੀ ਜਵਾਨੀ ਕਹਿ ਸਕਦੀ ਆ, ਬਜ਼ੁਰਗ ਨਹੀਂ ਉਹਦੇ ਚ ਆਉਂਦੇ, ਅਸੀਂ ਆਈਡਲ ਆਪਣੇ ਭੁੱਲ ਚੁੱਕੇ ਸੀਗੇ ਕਿਤੇ ਨਾ ਕਿਤੇ।
ਜੇ ਭੁੱਲੇ ਨਹੀਂ ਸੀ ਤਾਂ ਥੋੜੇ ਸਮੇਂ ਲਈ ਭਟਕੇ ਜ਼ਰੂਰ ਸੀਗੇ। ਉਹ ਚਾਹੇ ਮੈਂ ਸਿਸਟਮ ਦੀ ਗਲਤੀ ਹੀ ਕਹੂੰਗੀ ਉਹਦੇ ਲਈ, ਪਰ ਹੁਣ ਅਸੀਂ ਸਾਡੇ ਸਮਿਆਂ ਦੇ ਨਾਇਕ ਚੁਣ ਲਏ। ਸਾਨੂੰ ਉਹੀ ਬਾਪੂ ਜਿਹੜਾ ਖੇਤਾਂ ਦੇ ਵਿੱਚ ਹਲ ਚਲਾਉਂਦਾ ਤੇ ਅੱਜ ਪਾਟੀਆਂ ਹੋਈਆਂ ਵਿਆਈਆਂ ਨਾਲ, ਪਾਟੇ ਹੋਏ ਹੱਥਾਂ ਨਾਲ ਇੱਥੇ ਬੈਠ ਕੇ ਟਰਾਲੀਆਂ ਦੇ ਥੱਲੇ ਰਾਤਾਂ ਗੁਜ਼ਾਰ ਕੇ ਰੁੱਖੀ ਮਿੱਸੀ ਖਾ ਕੇ ਬਾਬੇ ਨਾਨਕ ਦਾ ਭਾਣਾ ਮੰਨ ਰਿਹਾ, ਸਾਡੇ ਨਾਇਕ ਉਹ ਨੇ। ਸਾਡੇ ਨਾਇਕ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਤੇ ਅਸੀਂ ਇੱਥੋਂ ਤੱਕ ਸਫ਼ਰ ਕੀਤਾ ਵੀਰ ਜੀ, ਹੈਨਾ। ਇਹ ਸਫ਼ਰ ਸਾਡਾ ਇੰਨਾ ਛੋਟਾ ਨਹੀਂ ਤੇ ਹਕੂਮਤ ਇਹ ਸਫ਼ਰ ਨੂੰ ਅੱਗੇ ਅਸੀਂ ਚੱਲਦਾ ਰੱਖਾਂਗੇ। ਇਹ ਸਫ਼ਰ ਇਹ ਮਗਦਾ ਰਹੂਗਾ ਦੀਵਾ, ਇਹਦੇ 'ਚ ਅਸੀਂ ਬਾਲਦੇ ਰਹਾਂਗੇ ਅੱਗੇ ਆਪਣੀ ਜੋਤ। ਉਹੀ ਇਹਨਾਂ ਦਿਨਾਂ ਲਈ ਨਾ ਅਸੀਂ ਖੁਦ ਵੀ ਜ਼ਿੰਮੇਵਾਰ ਆ, ਕਿਉਂਕਿ ਜੇ ਅਸੀਂ ਜ਼ਿੰਮੇਵਾਰ ਆ ਤਾਂ ਅੱਜ ਅਸੀਂ ਸੜਕਾਂ ਤੇ ਬੈਠੇ ਆ। ਜੇ ਅਸੀਂ ਆਪਣੀ ਲੀਡਰਸ਼ਿਪ ਇਹੋ ਜਿਹੀ ਚੁਣ ਕੇ ਭੇਜਦੇ ਰਹੇ ਆ, ਮੈਂ ਤਾਂ ਕਹਿੰਦੀ ਨਹੀਂ ਅਸੀਂ ਪਾਰਲੀਮੈਂਟ 'ਚ ਡਰਨੇ ਖੜੇ ਕਰਦੇ ਰਹੇ ਆ। ਅਸੀਂ ਸੋਚਦੇ ਸੀ ਵੀ ਸਾਡਾ ਜਿਹੜਾ ਵੱਗ ਉਧਰੋਂ ਆ ਰਿਹਾ ਦਿੱਲੀ ਤੋਂ, ਇਹ ਸਾਡੇ ਡਰਨੇ ਮੋੜਨਗੇ, ਬਟ ਨਹੀਂ, ਸਾਨੂੰ ਆਪ ਨੂੰ ਉੱਠਣਾ ਪਿਆ, ਹਨਾ। ਕਿਉਂਕਿ ਜੇ ਇਹ ਡਰਨੇ ਜਾਂ ਇਹ ਆਪਾਂ ਵੱਗ ਨਾ ਮੋੜਦੇ, ਹੁਣ ਇਹ ਵੱਗ ਨੂੰ ਦਿੱਲੀ ਟਪਾ ਕੇ ਆਉਣਾ ਲਾਜ਼ਮੀ ਆ। ਜੇ ਨਹੀਂ ਮੋੜਦੇ ਸਾਡੀਆਂ ਫਸਲਾਂ ਦੇ ਨਾਲ ਨਾਲ ਇਹ ਸਾਡੀਆਂ ਨਸਲਾਂ ਦੇ ਵੀ ਟੂਸੇ ਮੁੱਛ ਦੇਣਗੇ। ਇੱਕ ਪਾਸੇ ਤਾਂ ਮੈਂ ਕਹਿੰਦਾ ਹੁੰਦਾ ਕਿ ਮੋਦੀ ਸਾਹਿਬ ਦਾ ਧੰਨਵਾਦ ਹੀ ਹੈ ਕਿ ਸਾਨੂੰ ਹਰਿਆਣੇ ਦਾ ਨਾਲ ਇੰਨੀ ਹਰਿਆਣੇ ਵੱਲੋਂ ਵੀ ਤੇ ਪੰਜਾਬ ਵੱਲੋਂ ਵੀ ਸਾਨੂੰ ਇੰਨਾ ਕੁੱਟ-ਕੁੱਟ ਕੇ ਭਰਤਾ SYL ਦੇ ਮੁੱਦੇ ਨੂੰ ਲੈ ਕੇ ਜਾਂ ਹਰਿਆਣੇ ਦੇ ਹੋਰ ਮੁੱਦਿਆਂ ਨੂੰ ਲੈ ਕੇ, ਵੀ ਇੰਨਾ ਦੁਸ਼ਮਣ ਬਣਾਤਾ। ਤੁਸੀਂ ਮੰਨਣਾ ਨਹੀਂ, ਰਾਤ ਹਰਿਆਣੇ ਦੇ ਮੁੰਡਿਆਂ ਨਾਲ ਅਸੀਂ ਰੋਟੀ ਪਾਣੀ ਖਾਧੀ ਬਹਿ ਕੇ, ਤਾਂ ਇੰਨਾ ਕੁ ਆਨੰਦ ਆਇਆ। ਉਹ ਕਹਿੰਦੇ ਕਿ ਸਾਨੂੰ ਤਾਂ ਐਵੇਂ ਹੀ ਲੜਾਉਂਦੇ ਰਹੇ, ਪਰ ਜੋ ਸਵਾਦ ਅੱਜ ਆ ਰਿਹਾ ਇਹ ਸਵਾਦ ਮੈਨੂੰ ਨਹੀਂ ਲੱਗਦਾ ਕਦੀ ਆਉਣਾ। ਉਹ ਵੀ ਧੰਨਵਾਦ ਕਰਦੇ ਸੀ। ਮੈਂ ਉਹੀ ਗੱਲ ਪਹਿਲਾਂ ਕੀਤੀ ਹੈ ਨਾ ਵੀਰ ਜੀ, ਵੀ ਤੁਸੀਂ ਸਟੇਟ ਦਾ ਨਾਮ ਬਦਲ ਕੇ ਜੀਨਸ 'ਚ ਉਹ ਚੀਜ਼ ਥੋੜੀ ਖਤਮ ਕਰ ਦੋਗੇ। ਠੀਕ ਹੈ, ਥੋੜੇ ਸਮੇਂ ਲਈ ਤੁਹਾਡੀ ਚੱਲ ਸਕਦੀ ਆ, ਪਰ ਜੇ ਆਪਾਂ ਕਹਾਂਗੇ ਵੀ ਉਹ ਲੌਂਗ ਲਿਵ ਲਾਈਫ ਹੋ ਜੂਗੀ, ਉਹ ਚੀਜ਼ ਤਾਂ ਨਹੀਂ ਨਾ ਹੋਣੀ। ਉਹ ਤਾਂ ਕਦੇ ਵੀ ਨਹੀਂ ਹੋਣੀ, ਉਹ ਸੰਭਾਵਨਾ ਨਹੀਂ ਹੁੰਦੀ। ਅਸੀਂ ਤਾਂ ਮਤਲਬ ਇਹ ਹੁੰਦਾ ਸਾਨੂੰ ਤਾਂ ਵੀ ਸਾਡੀਆਂ ਲਾਹੌਰ ਤੱਕ ਹੱਦਾਂ, ਅਸੀਂ ਤਾਂ ਉਹਨਾਂ ਨੂੰ ਆਪਦੇ ਨਾਲ ਜੋੜਦੇ ਆ ਕਿਤੇ ਨਾ ਕਿਤੇ। ਸਾਡੇ ਬਾਬੇ ਅੱਜ ਵੀ ਲਾਹੌਰ 'ਚ ਵੱਸਦੇ ਨੇ ਤੇ ਫਿਰ ਹਰਿਆਣਾ ਤਾਂ ਸਾਡਾ ਮਤਲਬ ਸੋਚ ਹੀ ਨਹੀਂ ਸਕਦੇ। ਸਾਡੀ ਜਿੰਦ ਜਾਨ ਆ ਹਰਿਆਣਾ, ਤੇ ਸਾਡੀ ਉਹੀ ਹਰਿਆਲੀ, ਉਹੀ ਪਾਣੀ, ਸਾਡੇ ਉਹੀ ਸਾਰਾ ਕੁਝ ਸਾਡਾ ਸਾਂਝਾ, ਸਾਡੇ ਖੂਨ ਸਾਂਝੇ ਨੇ। ਸਾਨੂੰ ਇਹ ਅਲੱਗ ਕਿਵੇਂ ਕਰ ਦੇਣਗੇ, ਹੈਨਾ। ਤੇ ਦੂਜੀ ਗੱਲ ਮੈਂ ਇਹ ਕਹੂੰਗੀ ਵੀ ਮੋਦੀ ਨੇ ਗਲਤੀ ਕਿੱਥੇ ਕੀਤੀ ਆ। ਉਹਨੇ ਸਿਰਫ ਖੇਤੀ ਵਾਲੇ ਬਿੱਲ ਜਿਹੜੇ ਪਾਸ ਕੀਤੇ ਨੇ ਨਾ, ਉਹਨੂੰ ਚੁੱਭਦਾ ਸਿਰਫ ਸਾਡਾ ਫਲਸਫਾ, ਇਹ ਲੰਗਰਾਂ ਦਾ, ਜਿਹੜਾ ਅੱਜ ਹਰਿਆਣੇ ਦਾ ਮੈਨੂੰ ਲੱਗਦਾ ਪੰਜਾਬ ਤੋਂ ਡਬਲ ਚੱਲ ਰਿਹਾ, ਹਨਾ। ਤੇ ਉਹ ਫਲਸਫਾ ਜਿੱਥੋਂ ਤੱਕ ਸਾਡਾ ਚੱਲੂਗਾ ਨਾ, ਉੱਥੋਂ ਤੱਕ ਹੀ ਸਾਡਾ ਪੰਜਾਬ ਵੱਸਦਾ। ਉਹ ਚਾਹੇ ਦੁਨੀਆ ਦੇ ਕਿਹੜੇ ਵੀ ਕੋਨੇ 'ਚ ਉਹ ਫਲਸਫਾ ਹੈਗਾ, ਸਾਡਾ ਪੰਜਾਬ ਉੱਥੇ ਆ। ਧੰਨਵਾਦ, ਤੁਸੀਂ ਇੱਥੇ ਆਏ ਹੋ। ਤਾਂ ਇੱਕ ਅਖੀਰੀ ਤੇ ਇਹ ਗੱਲ ਦੱਸੋ ਵੀ ਤੁਸੀਂ ਰਹਿੰਦੇ ਕਿੱਥੇ ਪਏ ਹੋ, ਫਿਰ ਕਿੰਨੇ ਦਿਨਾਂ ਦੇ ਇੱਥੇ ਆਏ ਹੋ? ਸਾਨੂੰ 2 ਦਿਨ ਹੋ ਗਏ। ਅਸੀਂ ਟੈਂਟ ਹਾਊਸ ਉਧਰ ਟੈਂਟ ਸਿਟੀ ਦੇ ਵਿੱਚ ਰਹਿ ਰਹੇ ਆ। ਤੇ ਵੀ ਅਸੀਂ ਰਹਿੰਦੇ ਕਿੱਥੇ ਆ? ਅਸੀਂ ਸੜਕਾਂ ਤੇ ਰਹਿੰਦੇ ਆ। ਇਹ ਸਰਕਾਰ ਨੂੰ ਇਹੀ ਦੱਸਦੇ ਆ ਵੀ ਪੰਜਾਬ ਦੀਆਂ ਧੀਆਂ ਜਾਂ ਕਿਸੇ ਵੀ ਸੂਬੇ ਦੇ ਜਿਹੜੇ ਲੋਕ ਆਏ ਨੇ, ਅਸੀਂ ਕਿੱਥੇ ਰਹਿੰਦੇ? ਅਸੀਂ ਸੜਕਾਂ ਤੇ ਰਹਿੰਦੇ ਆ। ਜਿੱਥੇ ਰਾਤ ਪੈ ਜਾਂਦੀ ਉੱਥੇ ਸੌ ਜਾਂਦੇ ਆ। ਪਰ ਜੇ ਠੀਕ ਹੈ ਅਸੀਂ ਸੜਕਾਂ ਤੇ ਫਿਜ਼ੀਕਲੀ ਆ, ਪਰ ਸਾਡੀ ਰੂਹ ਸਾਡੇ ਖੇਤਾਂ 'ਚ ਆ। ਹੱਥ ਨਾ ਪਾ ਲਿਓ ਕਿਤੇ ਗਲਤੀ ਨਾਲ ਵੀ। ਧੰਨਵਾਦ ਗੱਲਬਾਤ ਕਰ ਲਈ। ਸੋ ਇਹ ਦੋਵਾਂ ਦਾ ਨਾਮ ਹਰਪ੍ਰੀਤ ਕੌਰ ਹੈ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ PhD ਸਕਾਲਰ ਨੇ। ਤਾਂ ਜਿਹੜੇ ਲੋਕ ਕਹਿੰਦੇ ਨੇ ਕਿ ਕਿਸਾਨ ਪੜ੍ਹੇ ਲਿਖੇ ਨਹੀਂ ਹੋ ਸਕਦੇ, ਇਹ ਕਿਸਾਨ ਨਹੀਂ ਗੇ ਜੀ। ਸਾਡੇ ਬਾਪੂ ਖੜੇ ਨੇ, ਅਸੀਂ ਇਹਨਾਂ ਦੀਆਂ ਇੱਜ਼ਤਾਂ, ਸਾਨੂੰ ਪਤਾ ਇਹ ਇੱਜ਼ਤਾਂ ਇਹਨਾਂ ਨੇ ਕਿਵੇਂ ਕਾਇਮ ਕੀਤੀਆਂ ਤੇ ਅਸੀਂ ਉਹ ਸੰਭਾਲਣੀਆਂ ਕਿਵੇਂ ਨੇ। ਸਾਡੀ ਰੂਹ ਕੰਬ ਜਾਂਦੀ ਹੈ ਜਦੋਂ ਅਸੀਂ ਸੋਚਦੇ ਹਾਂ ਵੀ ਸਾਡਾ ਪਿਓ, ਸਾਡਾ ਦਾਦਾ ਕਿਵੇਂ ਨੀਵੀਂ ਪਾ ਕੇ ਤੁਰੂਗਾ, ਤੇ ਉਹ ਜ਼ਮੀਨ ਵੀ ਸਾਡੀ ਇੱਜ਼ਤ ਹੈ, ਹਨਾ। ਤੇ ਅਸੀਂ ਉਸ ਚੀਜ਼ ਤੋਂ ਅਲੱਗ ਨਹੀਂ ਹੋ ਸਕਦੇ। ਤੇ ਅਸੀਂ ਇਹਨਾਂ ਨਾਲ ਇੱਥੇ ਬਹਿ ਕੇ ਇੱਕ ਵਾਅਦਾ ਕਰਦੇ ਹਾਂ ਵੀ ਤੁਹਾਡੀਆਂ ਇੱਜ਼ਤਾਂ ਨਹੀਂ ਰੋਲਣ ਦਿੰਦੇ, ਚਾਹੇ ਕੁਝ ਵੀ ਹੋ ਜੇ। ਸੋ ਇਸ ਤੋਂ ਅਗਲੀ ਗੱਲ ਮੈਨੂੰ ਲੱਗਦਾ ਕਿ ਕੋਈ ਕਹਿਣ ਵਾਲੀ ਨਹੀਂ ਰਹੀ। ਤਾਂ ਇਹ ਖੂਬਸੂਰਤੀ ਹੈ ਇਸ ਅੰਦੋਲਨ ਦੀ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਸਿੰਘੂ ਬਾਰਡਰ।